नहमदुहु व नसल्ली अला रसूलिहिल करीम अम्मा बाद औज़ु बिल्लाहि मिनश शैतानिर रजीम बिस्मिल्लाहिर रहमानिर रहीम। अस्सलामु अलैकुम व रहमतुल्लाहि व बरकातहू। मैं इंतहाई अदना जी कनीस ते खादमा दीन इस्लाम रुबीना अकमल तुहाडे नाल मुखातबा ते तुसी रब सोने दे खासुल खास फजल और हुक्म दे नाल पारा नंबर 20 दी सूरत अनकबूत दी तलावत ते कुरान पाक ते उदी तर्जमा ते उदी तफसीर नु अल्लाह ताला दे हुक्म दे नाल सुनन दी सादत हासिल करोगे। बिस्मिल्लाहिर रहमानिर रहीम। अलिफ लाम मीम अहासिबन नासु अन युतरकू अन यकूलू आमन्ना व हुम ला युफ्तनून वलक़द फतन्ना अल्लज़ीना मिन क़ब्लिहिम फलयअलमन्नल्लाहु अल्लज़ीना सदक़ू वलयअलमन्नल काज़िबीन अम हसिबल्लज़ीना यअमलून सय्यिआति अन यस्बिक़ूना साअ मा यहकुमून मन काना यरजू लिक़ा अल्लाहि फ़इन्ना अजलल्लाहि लआत व हुवस समीउल अलीम व मन जाहदा फ़इन्नमा युजाहिदु लिनफ्सिहि इन्नल्लाहा लगनिय्युन अनिल आलमीन वल्लज़ीना आमनू व आमिलुस्सालिहाति लनुकफ्फिरन्ना अन्हुम सय्यिआतिहिम व लनजज़ियन्नहुम अहसनल्लज़ी कानू यअमलून व वस्सैनल इंसाना बिवालिदैहि हुस्ना व इन जाहदाका लितुश्रिका बी मा लैसा लका बिही इल्मुन फला तुतिहुमा इलैया मर्जिउकुम फहुनब्बिउकुम बिमा कुंतुम तामलून वल्लज़ीना आमनू व आमिलुस्सालिहाति लनुदखिलन्नहुम फिस्सालिहीन व मिनन नासि मन यक़ूलु आमन्ना बिल्लाहि फ़इज़ा ऊज़िया फ़िल्लाहि जअला फ़ितनतन नासि का अज़ाब बिल्लाहि वला इन जाअ नस्रुम मिन रब्बिका लयक़ूलुन्ना इन्ना कुन्ना मअकुम अवलैसल्लाहु बिआलमा बिमा फ़ी सुदूरिल आलमीन। सूरत अनकबूत ਇਹ ਕੁਰਾਨ ਪਾਕ ਦੇ ਵਿੱਚ ਸੂਰਤ ਅਨਕਬੂਤ 29 ਨੰਬਰ ਤੇ ਵੇ ਤੇ ਪਾਰਾ ਨੰਬਰ 20 ਤੇ ਵੇ ਤੇ ਇਹਦੇ 7 ਰਕੂ ਤੇ 59 ਆਇਤ ਨੇ। ਇਹ ਸੂਰਤ ਮੱਕੀ ਹੈ। ਇਹ ਜਿਹੜੀ ਸੂਰਤ ਹੈ ਇਹਦੇ ਬਾਰੇ ਦੇ ਵਿੱਚ ਮੈਂ ਤੁਹਾਨੂੰ ਮੁਖਤਸਰ ਤਾਰਫ ਕਰਵਾ ਦਿਆਂ ਤਾਂ ਜੇ ਤੁਸੀਂ ਇਸ ਸੂਰਤ ਦਾ ਜਦੋਂ ਤਰਜਮਾ ਸੁਣੋ ਤੇ ਤੁਹਾਨੂੰ ਸਮਝ ਆ ਜਾਏ ਕਿ ਇਹਦੇ ਵਿੱਚ ਕਿਹੜੇ-ਕਿਹੜੇ ਮਜ਼ਾਮੀਨ ਬਿਆਨ ਕੀਤੇ ਗਏ ਨੇ। ਇਹਦੇ ਵਿੱਚ ਬਿਆਨ ਕੀਤਾ ਗਿਆ ਹੈ ਕਿ ਈਮਾਨ ਵਾਲਿਆਂ ਨੂੰ ਅਜ਼ਮਾਇਸ਼ ਤੋਂ ਨਹੀਂ ਘਬਰਾਉਣਾ ਚਾਹੀਦਾ ਕਿਉਂਕਿ ਜਿਹੜੀਆਂ ਅਜ਼ਮਾਇਸ਼ਾਂ ਨੇ ਅੱਲਾਹ ਦੀ ਤਰਫੋਂ ਨੇ ਤੇ ਦਾ ਮਕਸਦ ਈਮਾਨ ਨੂੰ ਜਾਂਚਣਾ ਹੈ ਤਾਂ ਕਿ ਪਤਾ ਚੱਲ ਜਾਏ ਕਿ ਕਿਹੜੇ ਸੱਚੇ ਮੂਮਨ ਨੇ ਤੇ ਕਿਹੜੇ ਮੁਨਾਫਿਕ ਨੇ। ਅਹਿਲੇ ਮੱਕਾ ਦੇ ਸਰਦਾਰ ਤੇ ਮੁਸਲਮਾਨਾਂ ਉੱਤੇ ਜ਼ੁਲਮ ਕਰਕੇ ਆਪਣੀ ਕਾਮਯਾਬੀ ਉੱਤੇ ਬੜੀਆਂ ਖੁਸ਼ੀਆਂ ਮਨਾਉਂਦੇ ਸੀ ਲੇਕਿਨ ਉਹ ਜਾਣਦੇ ਨਹੀਂ ਸੀ ਕਿ ਇਹਨਾਂ ਦੇ ਅਮਾਲ ਇਹਨਾਂ ਨੂੰ ਜਹੰਨਮ ਦੀ ਤਰਫ ਲੈ ਕੇ ਜਾ ਰਹੇ ਨੇ ਜਿੱਥੇ ਇਹਨਾਂ ਉੱਤੇ ਸਖਤ ਅਜ਼ਾਬ ਹੋਏਗਾ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਦੌਰ ਦੇ ਵਿੱਚ ਜਦੋਂ ਬਹੁਤ ਅਵਲੀਨ ਜਿਹੜੇ ਜਿਨ੍ਹਾਂ ਨੇ ਇਸਲਾਮ ਕਬੂਲ ਕੀਤਾ ਜਿਸ ਤਰ੍ਹਾਂ ਹਜ਼ਰਤ ਸਮੀਆ ਨੇ, ਹਜ਼ਰਤ ਸਲਮਾ ਬਿਨ ਹਸ਼ਾਮ ਨੇ, ਇਹਨਾਂ 'ਚ ਅਯਾਸ਼ ਬਿਨ ਅਬੀ ਰਬੀਆ ਨੇ ਤੇ ਇਹਦੇ ਇਲਾਵਾ ਅਮਾਰ ਬਿਨ ਯਾਸਿਰ ਨੇ ਤੇ ਹਜ਼ਰਤ ਉਮਰ ਰਜ਼ੀ ਅੱਲਾਹ ਅਨਹੂ ਦੇ ਗੁਲਾਮ ਮੁਹੀਜ ਬਿਨ ਅਬਦੁੱਲਾ ਸਨ। ਇਹਨਾਂ ਲੋਕਾਂ ਨੇ ਜਦੋਂ ਇਸਲਾਮ ਕਬੂਲ ਕੀਤਾ ਤੇ ਕਾਫਰਾਂ ਨੇ ਇਹਨਾਂ ਨੂੰ ਬੜੀ ਹੀ ਤਕਲੀਫਾਂ ਦਿੱਤੀਆਂ। ਇਹਨਾਂ ਨੂੰ ਇੰਨੀਆਂ ਤਕਲੀਫਾਂ ਦਿੱਤੀਆਂ ਕਿ ਇਹਨਾਂ ਨੂੰ ਆਰਿਆਂ ਦੇ ਨਾਲ ਚੀਰਿਆ ਗਿਆ। ਇਹਨਾਂ ਨੂੰ ਲੋਹੇ ਦੀਆਂ ਕੰਘੀਆਂ ਨੂੰ ਗਰਮ ਕਰਕੇ ਭੱਠੀਆਂ ਦੇ ਵਿੱਚ ਤੁਖਾ ਕੇ ਇਹਨਾਂ ਲੋਹੇ ਦੀਆਂ ਕੰਘੀਆਂ ਨੂੰ ਬਣਾ ਕੇ ਤੇ ਇਹਨਾਂ ਦੇ ਜਿਸਮ ਦੇ ਪੁਰਜ਼ੇ ਕੀਤੇ ਜਾਂਦੇ ਸਨ। ਇਹਨਾਂ ਦੇ ਜਿਸਮਾਂ ਨੂੰ ਗਰਮ ਰੇਤ ਦੇ ਉੱਤੇ ਤੇ ਬੰਨ ਕੇ ਲਟਾਇਆ ਜਾਂਦਾ ਸੀ ਔਰ ਇਹਨਾਂ ਨੂੰ ਧੂੰ ਦੇ ਵਿੱਚ ਰੱਖਿਆ ਜਾਂਦਾ ਸੀ। ਇੰਤਹਾਈ ਗਹਿਰਾ ਧੂਆਂ ਛੱਡਿਆ ਜਾਂਦਾ ਸੀ। ਇਹਨਾਂ ਦੀਆਂ ਬੋਰੀਆਂ ਦੇ ਵਿੱਚ ਇਹਨਾਂ ਨੂੰ ਬੰਨ ਕੇ ਤੇ ਫਿਰ ਬਾਜ਼ ਐਸੇ ਸੀ ਕਿ ਇਹਨਾਂ ਨੂੰ ਦਰਖਤਾਂ ਦੇ ਨਾਲ ਟੰਗ ਕੇ ਤੇ ਇਹ ਪੁਰਜ਼ੇ ਇਹਨਾਂ ਦੇ ਕੀਤੇ ਜਾਂਦੇ ਸਨ ਕਿ ਇਹ ਅੱਲਾ ਇੱਕ ਨੂੰ ਛੱਡ ਕੇ ਤੇ ਬੁੱਤਾਂ ਦੀ ਇਬਾਦਤ ਤੇ ਵਾਪਸ ਆ ਜਾਣ। ਤੇ ਅੱਲਾਹ ਤਾਲਾ ਨੇ ਫਿਰ ਉਹਨਾਂ ਦੀ ਸ਼ਾਨ ਦੇ ਵਿੱਚ ਇਹ ਆਖਿਆ ਕਿ ਇਹ ਜਿਹੜੇ ਅਵਲੀਨ ਲੋਕ ਨੇ ਜਿਨ੍ਹਾਂ ਨੇ ਅੱਲਾਹ ਤਾਲਾ ਦੇ ਦੀਨ ਦੀ ਮਦਦ ਕੀਤੀ ਔਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੇ ਈਮਾਨ ਲਿਆਏ, ਇਹਨਾਂ ਦਾ ਦਰਜਾ ਬਹੁਤ ਵੱਧ ਕੇ ਵੇ। ਤੇ ਇਹਨਾਂ ਵਿੱਚੋਂ ਹਜ਼ਰਤ ਜਿਹੜੇ ਇਹਨਾਂ ਦੇ ਹਜ਼ਰਤ ਉਮਰ ਰਜ਼ੀ ਅੱਲਾਹ ਅਨਹੂ ਦੇ ਗੁਲਾਮ ਸਨ ਮੁਹੀਜ ਬਿਨ ਅਬਦੁੱਲਾ ਤੇ ਇਹ ਜਿਹੜੇ ਸਨ ਇਹਨਾਂ ਨੂੰ ਬੜੀਆਂ ਹੀ ਤਕਲੀਫਾਂ ਉਹਨਾਂ ਨੇ ਦਿੱਤੀਆਂ ਤੇ ਬਦਰ ਦੇ ਵਿੱਚ ਸਭ ਤੋਂ ਪਹਿਲੇ ਇਹਨਾਂ ਨੇ ਸ਼ਹਾਦਤ ਪਾਈ ਤੇ ਅੱਲਾਹ ਤਾਲਾ ਨੇ ਇਹਨਾਂ ਨੂੰ ਬੜੇ ਹੀ ਫਿਰ ਫਜ਼ੀਲਤ ਨਾਲ ਨਵਾਜ਼ਿਆ ਔਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਫਰਮਾਇਆ ਕਿ ਇਹ ਬਾਬੇ ਜੰਨਤ ਦੇ ਵਿੱਚ ਸਭ ਤੋਂ ਪਹਿਲੇ ਜਿਹੜੇ ਸੈਯਦ ਸ਼ੁਹਦਾ ਨੇ ਉਹ ਇਹ ਦਾਖਲ ਹੋਣਗੇ ਕਿਉਂਕਿ ਸਭ ਤੋਂ ਪਹਿਲੇ ਇਹਨਾਂ ਨੇ ਮੈਦਾਨੇ ਬਦਰ ਦੇ ਵਿੱਚ ਸ਼ਹਾਦਤ ਦਾ ਰੁਤਬਾ ਲਿਆ।
ਤੇ ਇਸੇ ਤਰ੍ਹਾਂ ਅੱਲਾਹ ਤਾਲਾ ਨੇ ਉਹਨਾਂ ਲੋਕਾਂ ਦੀ ਫਜ਼ੀਲਤ ਨੂੰ ਬਿਆਨ ਕੀਤਾ ਹੈ ਕਿ ਇਹ ਜਿਹੜੇ ਲੋਕ ਨੇ ਜਿਨ੍ਹਾਂ ਨੇ ਹਿਜਰਤ ਵੀ ਕੀਤੀ, ਜਦੋਂ ਬਹੁਤ ਜ਼ਿਆਦਾ ਤੰਗ ਆ ਗਏ, ਬਹੁਤ ਜ਼ਿਆਦਾ ਇਹਨਾਂ ਤੇ ਜ਼ੁਲਮ ਹੋਣ ਲੱਗੇ, ਤੇ ਫਿਰ ਅੱਲਾਹ ਤਾਲਾ ਨੇ ਫਰਮਾਇਆ ਕਿ ਇਹਨਾਂ ਨੂੰ ਕਹੋ ਕਿ ਦੂਸਰੀ ਜਗ੍ਹਾ ਤੇ ਨਿਕਲ ਜਾਣ। ਜਿਸ ਤਰ੍ਹਾਂ ਸ਼ੈਬ ਅਬੀ ਤਾਲਿਬ ਦਾ ਵਾਕਿਆ ਤੁਸੀਂ ਯਕੀਨਨ ਜਾਣਿਆ ਹੋਏਗਾ ਕਿ 3 ਸਾਲ ਤੱਕ ਬਾਈਕਾਟ ਕਰ ਦਿੱਤਾ ਮੱਕਾ ਵਾਲਿਆਂ ਨੇ ਕਿ ਨਾ ਇਹਨਾਂ ਦੇ ਰਿਸ਼ਤੇ ਇਹਨਾਂ 'ਚ ਕਰਨੇ ਨੇ, ਨਾ ਇਹਨਾਂ ਨੂੰ ਖਾਣ ਪੀਣ ਨੂੰ ਦੇਣਾ ਹੈ, ਨਾ ਇਹਨਾਂ ਨੂੰ ਤਿਜਾਰਤ ਕਰਨ ਦੇਣੀ ਹੈ। ਬਿਲਕੁਲ ਇੱਕ ਘਾਟੀ, ਇੱਕ ਪਹਾੜੀ ਦੇ ਵਿੱਚ ਇਹਨਾਂ ਨੂੰ ਬੰਦ ਕਰ ਦਿੱਤਾ ਤੇ 3 ਸਾਲ ਉਹਨਾਂ ਨੇ ਇਸ ਸ਼ਦੀਦ ਅਜ਼ਾਬ ਦੇ ਵਿੱਚ ਗੁਜ਼ਾਰੇ ਔਰ ਬੜੇ ਹੀ ਸਖਤੀ ਦੇ ਵਿੱਚ ਕਿ ਇਹ ਬੱਚੇ ਤੇ ਔਰਤਾਂ ਜਿਹੜੀਆਂ ਉਹ ਬਿਮਾਰ ਹੋਈਆਂ ਤੇ ਉਹਨਾਂ ਨੇ ਪੱਤੇ ਉਬਾਲ ਕੇ ਤੇ ਚਮੜਿਆਂ ਨੂੰ ਉਬਾਲ ਕੇ ਆਪਣੇ ਪੇਟ ਦੀ ਅੱਗ ਜਿਹੜੀ ਭੁੱਖ ਦੀ ਉਹ ਬੁਝਾਈ ਤੇ ਬੜੀ ਹੀ ਸਖਤੀ ਵੇਖੀ। ਔਰ ਫਿਰ ਉਸ ਤੋਂ ਬਾਅਦ ਅੱਲਾਹ ਤਾਲਾ ਨੇ ਹੁਕਮ ਦਿੱਤਾ ਕਿ ਜਿਹੜੇ ਹਿਜਰਤ ਕਰ ਸਕਦੇ ਨੇ ਉਹ ਮਦੀਨਾ ਵੱਲ ਹਿਜਰਤ ਕਰ ਜਾਣ ਤੇ ਉਹਨਾਂ ਦੀ ਹਿਜਰਤ ਤੋਂ ਬਾਅਦ ਵੀ ਅੱਲਾਹ ਤਾਲਾ ਨੇ ਉਹਨਾਂ ਨੂੰ ਬੜੀ ਹੀ ਵਸਅਤ ਦਿੱਤੀ ਤੇ ਅੱਲਾਹ ਤਾਲਾ ਇਹ ਚੀਜ਼ ਇੱਥੇ ਬਿਆਨ ਕਰਦੇ ਨੇ। ਤੇ ਇਹਦੇ ਇਲਾਵਾ ਸੂਰਤ ਅਨਕਬੂਤ ਦਾ ਜੋ ਲਫ਼ਜ਼ੀ ਮਤਲਬ ਹੁੰਦਾ ਹੈ ਮਕੜੀ ਦਾ ਜਿਹੜਾ ਜਾਲਾ ਹੁੰਦਾ ਹੈ ਉਹਨੂੰ ਵੀ ਕਹਿੰਦੇ ਨੇ ਅਨਕਬੂਤ। ਤੇ ਹਜ਼ਰਤ ਅਲੀ ਰਜ਼ੀ ਅੱਲਾਹ ਅਨਹੂ ਫਰਮਾਨ ਹੈ ਕਿ ਆਪਣੇ ਘਰਾਂ ਦੇ ਵਿੱਚੋਂ ਮਕੜੀ ਦੇ ਜਾਲਿਆਂ ਨੂੰ ਦੂਰ ਕਰਿਆ ਕਰੋ ਕਿਉਂਕਿ ਇਹ ਨਾਦਾਰੀ, ਮੁਫਲਸੀ ਤੇ ਬੇਬਸੀ ਲੈ ਕੇ ਆਉਂਦੇ ਨੇ। ਲਿਹਾਜ਼ਾ ਤੁਸੀਂ ਇਹ ਦੇਖਿਆ ਕਰੋ ਕਿ ਤੁਹਾਡੇ ਘਰਾਂ ਦੇ ਵਿੱਚ ਅਗਰ ਕਿਤੇ ਮਕੜੀ ਦੇ ਜਾਲੇ ਲੱਗੇ ਨੇ ਤੇ ਉਹ ਜਿਹੜੇ ਅੱਛੇ ਨਹੀਂ ਹੁੰਦੇ, ਇਹਨਾਂ ਨੂੰ ਸਾਫ਼ ਕਰ ਦਿਆ ਕਰੋ। ਤੇ ਅੱਲਾਹ ਤਾਲਾ ਨੇ ਮਕੜੀ ਜਾਂ ਮੱਖੀ ਦੇ ਨਾਲ ਜਦੋਂ ਤਸ਼ਬੀਹ ਦਿੰਦਾ ਹੈ ਤੇ ਉਹਦਾ ਮਕਸਦ ਹੈ ਹੁੰਦਾ ਹੈ ਕਿ ਇਹ ਜਿਹੜੇ ਕੁਫਾਰ, ਜਿਹੜੇ ਲੋਕ ਬੁੱਤਾਂ ਦੀ ਪੂਜਾ ਕਰਦੇ ਨੇ, ਇਹਨਾਂ ਦੇ ਜਿਹੜੇ ਖੁਦਾ ਨੇ ਉਹ ਮਕੜੀ ਦੇ ਜਾਲੇ ਤੋਂ ਵੀ ਜ਼ਿਆਦਾ ਕਮਜ਼ੋਰ ਨੇ, ਜ਼ਈਫ ਨੇ ਔਰ ਮੱਖੀ ਦੇ ਬਰਾਬਰ ਵੀ ਜਿਹੜਾ ਨਾ ਉਹ ਇਸ ਅਹਿਮੀਅਤ ਦੇ ਹਾਮਲ ਨਹੀਂ ਕਿ ਉਹ ਮੱਖੀ ਨੂੰ ਵੀ ਪੈਦਾ ਕਰ ਸਕਣ, ਇੱਕ ਮਕੜੀ ਨੂੰ ਹੀ ਪੈਦਾ ਕਰ ਸਕਣ। ਇਹਨਾਂ ਦੇ ਜਿਹੜੇ ਬੁੱਤ ਨੇ ਉਹ ਇਹਨਾਂ ਲਈ ਕੁਝ ਨਹੀਂ ਕਰ ਸਕਦੇ, ਨਾ ਇਹਨਾਂ ਨੂੰ ਕੋਈ ਨਫਾ ਦੇ ਸਕਦੇ ਨੇ, ਨਾ ਇਹਨਾਂ ਨੂੰ ਨੁਕਸਾਨ ਦੇ ਸਕਦੇ ਨੇ। ਤੇ ਇਹ ਮੇਰੇ ਸ਼ਰੀਕ ਬਣਾਉਂਦੇ ਨੇ ਕਿ ਅਗਰ ਇਹ ਜਿਹੜੇ ਬੁੱਤ ਨੇ ਇਹ ਸਾਨੂੰ ਸਭ ਕੁਝ ਦਿੰਦੇ ਨੇ। ਤੇ ਅੱਲਾਹ ਤਾਲਾ ਨੇ ਇਸ ਸੂਰਤ ਦੇ ਵਿੱਚ ਆਪਣੀ ਸ਼ਾਨ ਜਿਹੜੀ ਹੈ ਉਹ ਦੱਸੀ ਹੈ ਮੁਖਤਲਿਫ ਨਿਸ਼ਾਨੀਆਂ ਦੇ ਨਾਲ ਔਰ ਅਨਕਬੂਤ ਦਾ ਲਫ਼ਜ਼ ਇਸਤੇਮਾਲ ਕੀਤਾ ਗਿਆ ਹੈ ਤਾਂ ਕਿ ਜਿਹੜੇ ਕਾਫਰ ਇਸਲਾਮ ਦੇ ਖਿਲਾਫ ਸਾਜ਼ਿਸ਼ਾਂ ਬਣਾਉਂਦੇ ਨੇ ਉਹਨਾਂ ਦੀ ਹਸੀਅਤ ਜਿਹੜੀ ਹੈ ਨਾ ਉਹ ਮਕੜੀ ਦੇ ਜਾਲੇ ਤੇ ਇਲਾਵਾ ਕੁਝ ਵੀ ਨਹੀਂ, ਇੰਤਹਾਈ ਕਮਜ਼ੋਰ। ਯਾਨੀ ਅੱਲਾਹ ਤਾਲਾ ਦੀ ਤਦਬੀਰ ਇੰਤਹਾਈ ਸਖਤ, ਗਾਲਬ ਤੇ ਜ਼ਬਰਦਸਤ। ਤੇ ਜਿਹੜੇ ਕਾਫਰ ਤਦਬੀਰਾਂ ਕਰਦੇ ਨੇ ਇਸਲਾਮ ਦੇ ਖਿਲਾਫ, ਨਬੀਆਂ ਦੇ ਖਿਲਾਫ, ਕੁਰਾਨ ਪਾਕ ਦੇ ਖਿਲਾਫ, ਤੇ ਉਹਨਾਂ ਦੀ ਜਿਹੜੀ ਹਸੀਅਤ ਹੈ, ਉਹਨਾਂ ਦੇ ਬੁੱਤਾਂ ਦੀ, ਉਹਨਾਂ ਦੇ ਦੀਨ ਦੀ, ਉਹਨਾਂ ਦੀਆਂ ਤਦਬੀਰਾਂ ਦੀ, ਉਹ ਮਕੜੀ ਦੇ ਜਾਲੇ ਤੋਂ ਵੀ ਜ਼ਿਆਦਾ ਕਮਜ਼ੋਰ ਹੈ। ਤੇ ਅੱਲਾਹ ਜਿਹਨੂੰ ਚਾਹੁੰਦਾ ਹੈ ਗਲਬਾ ਦਿੰਦਾ ਹੈ ਤੇ ਸਾਰੀਆਂ ਹਕੂਮਤਾਂ, ਸਾਰੀਆਂ ਬਾਦਸ਼ਾਹੀਆਂ ਉਹਦੇ ਹੱਥ 'ਚ ਨੇ। ਤੇ ਹੁਣ ਅਸੀਂ ਤਰਜਮਾ ਪੜ੍ਹਨਾ ਹੈ ਇਹਦਾ। ਰੱਬ ਸੋਹਣੇ ਦੇ ਨਾਮ ਦੇ ਨਾਲ ਜਿਹੜਾ ਬੜਾ ਹੀ ਮਿਹਰਬਾਨ ਤੇ ਬਹੁਤ ਹੀ ਰਹਿਮ ਕਰਨ ਵਾਲਾ ਹੈ। ਅਲਫ ਲਾਮ ਮੀਮ। ਜਦੋਂ ਵੀ ਇਹ ਹਰੂਫੇ ਮਕਤਾਤ ਆਉਂਦੇ ਨੇ, ਇਹਦਾ ਮਕਸਦ ਹੈ ਹੁੰਦਾ ਕਿ ਇਹਨਾਂ ਲਫ਼ਜ਼ਾਂ ਤੋਂ ਬਾਅਦ ਅੱਲਾਹ ਤਾਲਾ ਨੇ ਕਿਸੇ ਖਾਸ ਵਾक़ੇ ਦੀ ਤਰਫ ਲੋਕਾਂ ਦੀ ਤਵੱਜੋ ਨੂੰ ਮਬਜ਼ੂਲ ਕੀਤਾ ਹੈ। ਤੇ ਇਹਨਾਂ ਲਫ਼ਜ਼ਾਂ ਦਾ ਅਸਲ ਜਿਹੜਾ ਮਫਹੂਮ ਹੈ ਉਹ ਰੱਬ ਸੋਹਣੇ ਦੇ ਸਿਵਾ ਕੋਈ ਨਹੀਂ ਜਾਣਦਾ। ਲੇਕਿਨ ਅਸੀਂ ਗੌਰ ਫਿਕਰ ਕਰਕੇ ਇਸ ਨਤੀਜੇ ਤੱਕ ਪਹੁੰਚਨੇ ਆ ਕਿ ਜਦੋਂ ਵੀ ਇਹ ਹਰੂਫੇ ਮਕਤਾਤ ਆਉਂਦੇ ਨੇ, ਜਿਹੜੀ ਅਕਸਰ ਤੁਹਾਨੂੰ ਲੋਹੇ ਕੁਰਾਨੀ ਉੱਤੇ ਵੀ ਮਿਲ ਜਾਣਗੇ, ਇਹਨਾਂ ਤੋਂ ਬਾਅਦ ਜਿਹੜਾ ਮਜ਼ਮੂਨ ਬਿਆਨ ਕੀਤਾ ਜਾਂਦਾ ਹੈ ਉਹ ਖਾਸ ਤਵੱਜੋ ਦਾ ਹਾਮਲ ਹੁੰਦਾ ਹੈ ਤੇ ਉਹ ਗੌਰ ਦੀ ਦਾਵਤ ਦਿੱਤੀ ਜਾਂਦੀ ਹੈ ਦੁਨੀਆ ਵਾਲਿਆਂ ਨੂੰ। ਕਿ ਲੋਕਾਂ ਨੇ ਇਹ ਸਮਝ ਲਿਆ ਹੈ ਕਿ ਉਹ ਸਿਰਫ ਇਹ ਕਹਿਣ ਉੱਤੇ ਛੱਡ ਦਿੱਤੇ ਜਾਣਗੇ ਕਿ ਅਸੀਂ ਈਮਾਨ ਲਿਆਏ ਤੇ ਇਹਨਾਂ ਨੂੰ ਅਜ਼ਮਾਇਆ ਨਹੀਂ ਜਾਵੇਗਾ। ਇਹੋ ਗੱਲ ਮੈਂ ਤੁਹਾਨੂੰ ਪਹਿਲੇ ਦੱਸੀ ਹੈ ਕਿ ਰੱਬ ਸੋਹਣਾ ਅਜ਼ਮਾਂਦਾ ਹੈ। ਇਹ ਸਿਰਫ ਜੰਨਤ ਕਹਿਣ ਨਾਲ ਜੰਨਤ ਨਹੀਂ ਮਿਲਦੀ, ਜਾਂ ਸਿਰਫ ਕਲਮਾ ਪੜਨ ਨਾਲ ਤੁਹਾਨੂੰ ਜੰਨਤਾਂ ਨਹੀਂ ਮਿਲ ਜਾਂਦੀਆਂ ਜਦ ਤੱਕ ਕਿ ਤੁਸੀਂ ਜ਼ਿੰਦਗੀ ਨੂੰ ਅਜ਼ਮਾਇਸ਼ਾਂ ਦੇ ਵਿੱਚੋਂ ਨਹੀਂ ਗੁਜ਼ਾਰਦੇ। ਅੱਲਾਹ ਤਾਲਾ ਤੁਹਾਨੂੰ ਜਾਂਚ ਨਹੀਂ ਲੈਂਦਾ ਕਿ ਵਾਕਈ ਇਹ ਦਿਲੋਂ ਮੇਰੇ ਵੱਲ ਨੇ ਜਾਂ ਇਹਨਾਂ ਨੇ ਸਿਰਫ ਜ਼ੁਬਾਨ ਇਕਰਾਰ ਕੀਤੀ ਹੈ ਤੇ ਦਿਲ ਤੋਂ ਇਹ ਕਮਜ਼ੋਰ ਨੇ ਤੇ ਸਾਬਤ ਕਦਮ ਨਹੀਂ ਰਹਿਣਗੇ। ਇਸੇ ਲਈ ਸਾਡੀ ਅਜ਼ਮਾਇਸ਼ ਕੀਤੀ ਜਾਂਦੀ ਹੈ। ਤੇ ਫਿਰ ਜਿਹਦੇ ਅਜ਼ਮਾਇਸ਼ 'ਚ ਪੂਰੇ ਹੁੰਦੇ ਨੇ, ਰੱਬ ਸੋਹਣਾ ਉਹਨਾਂ ਨੂੰ ਦੁਨੀਆ 'ਚ ਵੀ ਬਹੁਤ ਬੁਲੰਦੀ ਦਿੰਦਾ ਹੈ ਤੇ ਆਖਰ ਤੇ ਹੈ ਹੀ ਉਹਨਾਂ ਲੋਕਾਂ ਵਾਸਤੇ। ਤੇ ਅਲਬੱਤਾ ਅਸੀਂ ਇਹਨਾਂ ਲੋਕਾਂ ਨੂੰ ਅਜ਼ਮਾਇਆ ਹੈ ਜਿਹੜੇ ਇਹਨਾਂ ਤੋਂ ਪਹਿਲੇ ਸੀ। ਇਹ ਉਹਨਾਂ ਲੋਕਾਂ ਦਾ ਜ਼ਿਕਰ ਹੈ ਜਿਹੜੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਦੌਰ 'ਚ ਸਭ ਤੋਂ ਪਹਿਲੇ ਉਹਨਾਂ ਤੇ ਈਮਾਨ ਲਿਆਏ, ਫਿਰ ਉਹਨਾਂ ਨੇ ਹਿਜਰਤ ਵੀ ਕੀਤੀ ਤੇ ਫਿਰ ਮੈਦਾਨੇ ਬਦਰ 'ਚ ਵੀ ਉਤਰੇ। ਚੁਨਾਚਾ ਅੱਲਾਹ ਇਹਨਾਂ ਲੋਕਾਂ ਨੂੰ ਜ਼ਰੂਰ ਜ਼ਾਹਿਰ ਕਰੇਗਾ ਜਿਨ੍ਹਾਂ ਨੇ ਸੱਚ ਬੋਲਿਆ ਤੇ ਉਹ ਜ਼ਰੂਰ ਜ਼ਾਹਿਰ ਕਰੇਗਾ ਇਹਨਾਂ ਨੂੰ ਜਿਹੜੇ ਝੂਠੇ ਸਨ। ਕਿ ਜੋ ਲੋਕ ਭੈੜੇ ਅਮਲ ਕਰਦੇ ਨੇ ਉਹਨਾਂ ਨੇ ਇਹ ਸਮਝ ਲਿਆ ਹੈ ਕਿ ਉਹ ਸਾਡੇ ਕੋਲੋਂ ਬਚ ਕੇ ਨਿਕਲ ਜਾਵਣਗੇ। ਬੜਾ ਹੀ ਭੈੜਾ ਹੈ ਜਿਹੜਾ ਇਹ ਫੈਸਲਾ ਕਰਦੇ ਨੇ। ਜਿਹੜਾ ਸ਼ਖਸ ਅੱਲਾਹ ਦੇ ਨਾਲ ਮੁਲਾਕਾਤ ਦੀ ਉਮੀਦ ਰੱਖਦਾ ਹੈ ਤੇ ਉਹ ਜਾਣ ਲਵੇ ਕਿ ਬਿਲਾਸ਼ੁਬਾ ਅੱਲਾਹ ਦਾ ਵਾਅਦਾ ਤੇ ਫਿਰ ਜ਼ਰੂਰ ਪੂਰਾ ਹੋਣ ਵਾਲਾ ਹੈ ਤੇ ਉਹ ਖੂਬ ਸੁਣਨ ਵਾਲਾ ਤੇ ਖੂਬ ਜਾਣਨ ਵਾਲਾ ਹੈ। ਤੇ ਜੋ ਸ਼ਖਸ ਜਹਾਦ ਕਰੇ ਤੇ ਬਸ ਉਹ ਆਪਣੇ ਹੀ ਫਾਇਦੇ ਵਾਸਤੇ ਜਹਾਦ ਕਰਦਾ ਹੈ। ਬੇਸ਼ੱਕ ਅੱਲਾਹ ਸਾਰੇ ਜਹਾਨਾਂ ਤੋਂ ਬੇਨਿਆਜ਼ ਹੈ। ਔਰ ਜੋ ਲੋਕੀ ਈਮਾਨ ਲਿਆਏ ਤੇ ਉਹਨਾਂ ਨੇ ਨੇਕ ਅਮਲ ਕੀਤੇ, ਅਸੀਂ ਇਹਨਾਂ ਵਾਸਤੇ ਇਹਨਾਂ ਦੀਆਂ ਬੁਰਾਈਆਂ ਜ਼ਰੂਰ ਮਿਟਾ ਦੇਵਾਂਗੇ। ਔਰ ਜੋ ਅਮਲ ਉਹ ਕਰਦੇ ਰਹੇ ਨੇ ਅਸੀਂ ਜ਼ਰੂਰ ਇਹਨਾਂ ਨੂੰ ਇਹਨਾਂ ਦੀ ਬਿਹਤਰੀਨ ਜਜ਼ਾ ਦੇਵਾਂਗੇ।
ਤੇ ਅਸੀਂ ਇਨਸਾਨ ਨੂੰ ਆਪਣੇ ਵਾਲਿदैन ਦੇ ਨਾਲ ਨੇਕ ਸਲੂਕ ਕਰਨ ਦੀ ਵਸੀਅਤ ਕੀਤੀ ਹੈ ਤੇ ਅਗਰ ਉਹ ਦੋਨੇ ਤੇਰੇ ਉੱਤੇ ਜ਼ੋਰ ਪਾਵਨ ਕਿ ਤੂੰ ਮੇਰੇ ਨਾਲ ਇਸ ਚੀਜ਼ ਨੂੰ ਸ਼ਰੀਕ ਠਹਿਰਾ ਜਿਹਦਾ ਤੈਨੂੰ ਇਲਮ ਹੀ ਨਹੀਂ ਤੇ ਇਹਨਾਂ ਦੋਨਾਂ ਦੀ ਅਤਾਤ ਨਾ ਕਰੀ, ਮੇਰੀ ਹੀ ਤਰਫ ਤੁਹਾਨੂੰ ਲੌਟ ਕੇ ਆਣਾ ਹੈ, ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਜੋ ਕੁਝ ਤੁਸੀਂ ਅਮਲ ਕਰਦੇ ਹੋ। ਤੇ ਜੋ ਲੋਕ ਈਮਾਨ ਲਿਆਏ ਤੇ ਉਹਨਾਂ ਨੇ ਨੇਕ ਅਮਲ ਕੀਤੇ, ਅਸੀਂ ਇਹਨਾਂ ਨੂੰ ਨੇਕ ਲੋਕਾਂ ਦੇ ਵਿੱਚ ਜ਼ਰੂਰ ਦਾਖਲ ਕਰਾਂਗੇ। ਤੇ ਲੋਕਾਂ ਵਿੱਚੋਂ ਬਸ ਉਹ ਨੇ ਜਿਹੜੇ ਆਖਦੇ ਨੇ ਕਿ ਅਸੀਂ ਅੱਲਾਹ ਤੇ ਈਮਾਨ ਲਿਆਏ, ਫਿਰ ਜਦੋਂ ਅੱਲਾਹ ਦੀ ਰਾਹ ਦੇ ਵਿੱਚ ਇਹਨਾਂ ਨੂੰ ਤਕਲੀਫ ਦਿੱਤੀ ਜਾਂਦੀ ਹੈ ਤੇ ਉਹ ਲੋਕਾਂ ਦੇ ਸਤਾਨ ਨੂੰ ਅੱਲਾਹ ਦੇ ਅਜ਼ਾਬ ਦੇ ਬਰਾਬਰ ਠਹਿਰਾ ਲੈਂਦੇ ਨੇ। ਔਰ ਅਗਰ ਤੁਹਾਡੇ ਰੱਬ ਦੀ ਤਰਫੋਂ ਮਦਦ ਆ ਜਾਏ ਤੇ ਉਹ ਜ਼ਰੂਰ ਆਖਣਗੇ ਬੇਸ਼ੱਕ ਅਸੀਂ ਤੁਹਾਡੇ ਨਾਲ ਹਾਂ, ਕਿ ਜੋ ਕੁਝ ਜਹਾਨ ਵਾਲਿਆਂ ਦੇ ਸੀਨਿਆਂ ਵਿੱਚ ਅੱਲਾਹ ਤੇ ਉਹਨੂੰ ਵੀ ਖੂਬ ਜਾਣਨ ਵਾਲਾ ਹੈ। ਇਹਦੇ ਵਿੱਚ ਅੱਲਾਹ ਤਾਲਾ ਨੇ ਉਹਨਾਂ ਲੋਕਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਦੇ ਵਾਲਿदैन ਆਖਦੇ ਨੇ ਕਿ ਤੁਸੀਂ ਈਮਾਨ ਨਾ ਲਿਆਓ। ਇਹਦੇ ਸਾਦ ਅਬੀ ਬਿਨ ਵਕਾਸ ਰਜ਼ੀ ਅੱਲਾਹ ਅਨਹੁ ਦਾ ਜ਼ਿਕਰ ਹੈ। ਉਹਨਾਂ ਦੀ ਵਾਲਦਾ ਨੇ ਉਹਨਾਂ ਨੂੰ ਮਨਾ ਕੀਤਾ ਕਿ ਤੂੰ ਕਿਹੜੇ ਦੀਨ 'ਚ ਪੈ ਗਿਆ ਵੇਂ, ਤੇ ਉਹ ਆਪਣੇ ਬੇਟੇ ਨੂੰ ਬੜਾ ਪਿਆਰ ਕਰਦੀ ਸੀ ਤੇ ਉਹਨੇ ਆਖਿਆ ਕਿ ਤੂੰ ਇਹ ਦੀਨ ਛੱਡ ਦੇ ਤੇ ਬੁੱਤਾਂ ਵਾਲੀ ਆ ਜਾ, ਜਿਹੜਾ ਸਾਡਾ ਦੀਨ ਪਹਿਲੇ ਵੇ ਸਾਡੇ ਅੱਬਾ ਅਜਦਾਦ ਦਾ। ਸਾਦ ਬਿਨ ਅਬੀ ਵਕਾਸ ਦਾ ਵਾਕਿਆ ਮੈਂ ਤੁਹਾਨੂੰ ਸੁਣਾਨੀ ਆ ਉਹਨਾਂ ਦੀ ਵਾਲਦਾ ਦਾ। ਤੇ ਉਹਨਾਂ ਨੇ ਇਹ ਸੋਚਿਆ ਕਿ ਮੈਂ ਆਪਣੇ ਬੇਟੇ ਨੂੰ ਇੰਨਾ ਤੰਗ ਕਰਾਂਗੀ ਕਿ ਆਪੇ ਛੱਡ ਦੇਗਾ। ਉਹਨਾਂ ਨੇ ਆਖਿਆ ਵਕਾਸ ਮੈਂ ਕੁਝ ਨਹੀਂ ਖਾਵਾਂਗੀ, ਕੁਝ ਨਹੀਂ ਪੀਵਾਂਗੀ ਤੇ ਨਾ ਹੀ ਮੈਂ ਛਾਵੇਂ ਬਵਾਂਗੀ ਜਬ ਤੱਕ ਤੂੰ ਇੱਕ ਅੱਲਾਹ ਦੀ ਇਬਾਦਤ ਨਹੀਂ ਛੱਡ ਦੇਵੇਂਗਾ। ਤੇ ਉਹਨਾਂ ਨੇ ਇੰਜ ਕੀਤਾ, ਉਹਨਾਂ ਨੇ ਰੁੱਸ ਗਈਆਂ, ਨਾਰਾਜ਼ ਹੋ ਗਈਆਂ ਆਪਣੇ ਬੱਚੇ ਦੇ ਨਾਲ। ਉਹਨਾਂ ਨੇ ਕੁਝ ਖਾਣਾ ਪੀਣਾ ਹਰ ਚੀਜ਼ ਛੱਡ ਦਿੱਤੀ, ਧੁੱਪ 'ਚ ਬਹਿਣਾ ਸ਼ੁਰੂ ਕਰ ਦਿੱਤਾ ਤੇ ਉਹ ਚੰਦ ਦਿਨਾਂ ਤੱਕ ਬਿਲਕੁਲ ਹੀ ਉਹਨਾਂ ਦੀ ਹਾਲਤ ਜਿਹੜੀ ਮਰਨ ਦੇ ਕਰੀਬ ਹੋ ਗਈ ਕਿਉਂਕਿ ਉਹ ਜ਼ਈਫ ਸਨ। ਤੇ ਜਦੋਂ ਉਹਨਾਂ ਨੂੰ ਆਖਿਆ ਕਿ ਤੁਸੀਂ ਕੁਝ ਖਾ ਪੀ ਲਓ, ਇਹ ਮੈਂ ਤੇ ਦੀਨ ਨਹੀਂ ਛੱਡ ਸਕਦਾ, ਤੇ ਉਹ ਆਖਣ ਲੱਗੀਆਂ ਕਿ ਮੈਂ ਮਰ ਜਾਵਾਂਗੀ ਤੇ ਫਿਰ ਤੈਨੂੰ ਲੋਕੀ ਮਾਂ ਦਾ ਕਾਤਲ ਆਖਣਗੇ ਤੇ ਤੂੰ ਬਿਹਤਰ ਹੈ ਕਿ ਤੂੰ ਇਹ ਦੀਨ ਛੱਡ ਦੇ। ਤੇ ਜਦੋਂ ਉਹ ਸਾਰੀਆਂ ਗੱਲਾਂ ਉਹਨਾਂ ਨੇ ਅਜ਼ਮਾ ਲਈਆਂ ਕਿ ਮੈਂ ਆਪਣੇ ਬੱਚੇ ਨੂੰ ਇਹ ਵੀ ਡਰਾਵਾਂ ਕਿ ਮੈਂ ਮਰ ਜਾਵਾਂਗੀ, ਮੈਂ ਨਹੀਂ ਖਾਵਾਂ ਪੀਵਾਂਗੀ ਤੇ ਮੈਂ ਤੇਰੇ ਨਾਲ ਬੋਲਾਂਗੀ ਵੀ ਨਹੀਂ ਤੇ ਮੈਂ ਨਾਰਾਜ਼ ਹੋ ਕੇ ਦੁਨੀਆ ਤੇ ਜਾਵਾਂਗੀ ਤੇ ਲੋਕੀ ਤੈਨੂੰ ਮੇਰਾ ਕਾਤਲ ਕਹਿਣਗੇ ਤੇ ਜਬ ਤੱਕ ਕਿ ਤੂੰ ਇੱਕ ਖੁਦਾ ਨੂੰ ਨਹੀਂ ਛੱਡਦਾ। ਤੇ ਹਜ਼ਰਤ ਸਾਦ ਬਿਨ ਅਬੀ ਵਕਾਸ ਨੇ ਫਰਮਾਇਆ, ਅੰਮੀ ਜਾਨ ਬੜੇ ਅਦਬ ਨਾਲ ਉਹਨਾਂ ਨੇ ਕਿਹਾ ਕਿ ਅੰਮੀ ਜਾਨ ਤੁਸੀਂ ਇੱਕ ਮਾਂ ਹੋ ਤੇ ਤੁਹਾਡੀ ਇੱਕ ਜਾਨ ਹੈ, ਜੇ ਤੁਹਾਡੀਆਂ 100 ਜਾਨਾਂ ਵੀ ਹੋਣ ਤੇ ਇੱਕ ਜਾਨ ਮੇਰੇ ਸਾਹਮਣੇ ਇੰਜ ਹੀ ਚਲੀ ਜਾਵੇ ਤੇ ਫਿਰ ਵੀ ਮੈਂ ਇੱਕ ਅੱਲਾ ਦੀ ਇਬਾਦਤ ਨੂੰ ਨਹੀਂ ਛੱਡਾਂਗਾ। ਤੇ ਫਿਰ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਇਹ ਤੇ ਮੇਰਾ ਬੱਚਾ ਜਿਹੜਾ ਹੈ ਮੇਰੇ ਵਰਗੀਆਂ 100 ਮਾਵਾਂ ਹੀ ਕੁਰਬਾਨ ਕਰਦਾ ਫਿਰਦਾ ਹੈ ਤੇ ਇਹਨੇ ਮੈਨੂੰ ਮੇਰੀ ਗੱਲ ਨਹੀਂ ਮੰਨਣੀ। ਤੇ ਲਿਹਾਜ਼ਾ ਉਹਨਾਂ ਨੇ ਫਿਰ ਖਾਣਾ ਪੀਣਾ ਸ਼ੁਰੂ ਕਰ ਦਿੱਤਾ ਤੇ ਫਿਰ ਉਹਨਾਂ ਕਿਹਾ ਠੀਕ ਹੈ ਜਾ, ਫਿਰ ਤੇਰੀ ਮਰਜ਼ੀ, ਜੋ ਤੇਰੀ ਮਰਜ਼ੀ ਹੈ ਕਰਦਾ ਪਿਆ। ਤੇ ਇਸ ਤਰ੍ਹਾਂ ਦੇ ਵੀ ਯਾਨੀ ਬਲੈਕਮੇਲਿੰਗ ਜਜ਼ਬਾਤੀ ਤੌਰ ਤੇ ਜਿਹੜੀ ਕਾਫਰਾ ਮਾਵਾਂ ਸਨ, ਜਿਹੜੇ ਬੁੱਤ ਪ੍ਰਸਤ ਮਾਵਾਂ ਸਨ, ਉਹਨਾਂ ਨੇ ਆਪਣੇ ਬੱਚਿਆਂ ਨੂੰ ਦੀਨ ਇਸਲਾਮ ਤੋਂ ਹਟਾਉਣ ਲਈ ਇਸ ਹੱਦ ਤੱਕ ਵੀ ਕੰਮ ਕੀਤਾ। ਤੇ ਉਹਨਾਂ ਦੇ ਬਾਰੇ ਚ ਅੱਲਾਹ ਤਾਲਾ ਨੇ ਫਰਮਾਇਆ ਕਿ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਦੁਨਿਆਵੀ ਮਾਮਲਾਤ ਦੇ ਵਿੱਚ ਆਪਣੇ ਵਾਲਿदैन ਨਾਲ ਅੱਛਾ ਸਲੂਕ ਕਰੋ, ਲੇਕਿਨ ਜਦੋਂ ਉਹ ਕਹਿਣ ਕਿ ਮੈਨੂੰ ਛੱਡ ਕੇ ਬੁੱਤਾਂ ਵੱਲ ਜਾਓ ਤੇ ਉਹਨਾਂ ਦੀ ਗੱਲ ਹਰਗਿਜ਼, ਇਹ ਆਇਤ ਉਹਨਾਂ ਦੇ ਸ਼ਾਨ ਦੇ ਵਿੱਚ ਨਾਜ਼ਲ ਹੋਈਆਂ ਨੇ। ਤੇ ਉਹ ਲੋਕ ਜਿਹੜੇ ਰੱਬ ਸੋਨੇ ਨੂੰ ਆਖਦੇ ਨੇ ਕਿ ਅਸੀਂ ਅੱਲਾਹ ਨੂੰ ਮੰਨਿਆ, ਲੇਕਿਨ ਜਦੋਂ ਉਹਨਾਂ ਨੂੰ ਅਜ਼ੀਅਤ ਦਿੰਦੀ ਜਾਂਦੀ, ਉਹਨਾਂ ਨੂੰ ਸਤਾਇਆ ਜਾਂਦਾ ਹੈ, ਉਹਨਾਂ ਨੂੰ ਤੰਗ ਕੀਤਾ ਜਾਂਦਾ ਹੈ ਤੇ ਫਿਰ ਉਹ ਜੀ ਅਗਰ ਤਾਂ ਕੁਝ ਮਿਲ ਜਾਏ ਤੇ ਠੀਕ ਹੈ, ਨਹੀਂ ਤੇ ਫਿਰ ਉਹ ਕਹਿੰਦੇ ਨੇ ਕਿ ਇਹ ਤੇ ਸਾਡੇ ਉੱਤੇ ਅਜ਼ਾਬ ਆ ਗਿਆ ਹੈ। ਯਾਨੀ ਫਿਰ ਉਹ ਇਹਨੂੰ ਅਜ਼ਾਬ ਸਮਝਦੇ ਨੇ, ਇਹ ਅਜ਼ਮਾਇਸ਼ ਨਹੀਂ ਸਮਝਦੇ। ਉਹ ਕਹਿੰਦੇ ਨੇ ਅਸੀਂ ਬੁੱਤਾਂ ਨੂੰ ਛੱਡ ਦਿੱਤਾ ਸੀ ਤੇ ਇਸ ਲਈ ਸਾਡੇ ਤੇ ਅਜ਼ਾਬ ਆ ਗਿਆ ਹੈ ਕਿ ਲੋਕੀ ਸਾਨੂੰ ਤੰਗ ਕਰਦੇ ਨੇ ਕਿ ਤੁਸੀਂ ਇੱਕ ਖੁਦਾ ਨੂੰ ਕਿਉਂ ਮੰਨੇ। ولا يعلمن الله الذين آمنوا ولا يعلمن المنافقين وقال الذين كفروا للذين آمنوا اتبعوا سبيلنا ولنحمل خطاياكم وما هم بحاملين من خطاياهم من شيء إنهم لكاذبون ولا يحملن أثقالهم وأثقالا مع أثقالهم ولا يسألون يوم القيامة أما كانوا يفترون ولقد أرسلنا نوحا إلى قومه فلبث فيهم 1000 سنة إلا 50 عاما وأخذهم الطوفان وهم ظالمون فأنجيناه وأصحاب السفينة وجعلناها آية للعالمين وإبراهيم إذ قال لقومه اعبدوا الله واتقوا ذلكم خير لكم إن كنتم تعلمون إنما تعبدون من دون الله أوثانا وتخلقون إفكا إن الذين تعبدون من دون الله لا يملكون لكم رزقا فابتغوا عند الله الرزق واعبدوه واشكروا له إليه ترجعون وإن تكذبوا فقد كذب أمم من قبلكم وما على الرسول إلا
बलागुल मुबीन अवलम यराउ कैफा युब्दिउल्लाहुल खल्क़ सुम्मा युईदुहु इन्ना ज़ालिका अलल्लाहि यसीर कुल सीरू फिल अर्ज़ि फंज़ुरू कैफा बदल खल्क़ सुम्मल्लाहु युनशिउन नशअतल आखिरा इन्नल्लाहा अला कुल्लि शैइन कदीर। और अल्लाह इन्हां नूं जरूर जाहिर करेगा ਜਿਹੜੇ ईमान लियाए ते ਉਹ ਮੁਨਾਫਿਕਾਂ ਵਿੱਚੋਂ ਜਿਹੜੇ ਵੀ ਨੇ ਉਹਨਾਂ ਨੂੰ ਵੀ ਜ਼ਾਹਿਰ ਕਰੇਗਾ। ਤੇ ਜਿਨ੍ਹਾਂ ਲੋਕਾਂ ਨੇ ਕੁਫਰ ਕੀਤਾ ਉਹਨਾਂ ਨੇ ਈਮਾਨ ਵਾਲਿਆਂ ਨੂੰ ਆਖਿਆ ਤੁਸੀਂ ਸਾਡੇ ਰਸਤੇ ਦੀ ਪੈਰਵੀ ਕਰੋ ਤੇ ਅਸੀਂ ਤੁਹਾਡੇ ਗੁਨਾਹ ਚੁੱਕ ਲਵਾਂਗੇ, ਹਾਲਾਂਕਿ ਉਹ ਇਹਨਾਂ ਦੇ ਗੁਨਾਹ ਵਿੱਚੋਂ ਕੁਝ ਵੀ ਨਹੀਂ ਚੁੱਕਣਗੇ, ਬੇਸ਼ੱਕ ਉਹ ਝੂਠੇ ਨੇ। ਔਰ ਯਕੀਨਨ ਉਹ ਆਪਣੇ ਬੋਝ ਤੇ ਆਪਣੇ ਬੋਝਾਂ ਦੇ ਨਾਲ ਕਈ ਹੋਰ ਬੋਝ ਵੀ ਜ਼ਰੂਰ ਚੁੱਕਣਗੇ ਤੇ ਜੋ ਕੁਝ ਉਹ ਝੂਠ ਕੱਢਦੇ ਰਹੇ ਨੇ ਰੋਜ਼ੇ ਕਿਆਮਤ ਇਹਨਾਂ ਦੇ ਮੁਤਲਕ ਇਹਨਾਂ ਕੋਲੋਂ ਜ਼ਰੂਰ ਪੁੱਛਿਆ ਜਾਵੇਗਾ। ਔਰ ਬਿਲਾਸ਼ੁਬਾ ਅਸੀਂ ਨੂਹ ਨੂੰ ਇਹਦੀ ਕੌਮ ਦੀ ਤਰਫ ਭੇਜਿਆ, ਚੁਨਾਚੇ ਉਹ ਇਹਨਾਂ ਵਿੱਚੋਂ 50 ਘੱਟ 1000 ਸਾਲ ਰਿਹਾ ਤੇ ਕੋ 950 ਸਾਲ। ਫਿਰ ਇਹਨਾਂ ਨੂੰ ਤੂਫਾਨ ਨੇ ਆ ਫੜਿਆ ਕਿ ਉਹ ਬੜੇ ਹੀ ਜ਼ਾਲਮ ਲੋਕ ਸਨ। ਫਿਰ ਅਸੀਂ ਇਹਨੂੰ ਤੇ ਕਸ਼ਤੀ ਵਾਲਿਆਂ ਨੂੰ ਨਜਾਤ ਦਿੱਤੀ ਤੇ ਅਸੀਂ ਇਸ ਕਸ਼ਤੀ ਨੂੰ ਦੁਨੀਆ ਵਾਲਿਆਂ ਵਾਸਤੇ ਅਜ਼ੀਮ ਨਿਸ਼ਾਨੀ ਬਣਾ ਦਿੱਤਾ। ਤੇ ਅਸੀਂ ਇਬਰਾਹੀਮ ਨੂੰ ਭੇਜਿਆ ਜਦੋਂ ਇਹਨੇ ਆਪਣੀ ਕੌਮ ਨੂੰ ਆਖਿਆ ਤੁਸੀਂ ਰੱਬ ਸੋਹਣੇ ਦੀ ਇਬਾਦਤ ਕਰੋ ਤੇ ਇਹਦੇ ਕੋਲੋਂ ਡਰਿਆ ਕਰੋ, ਅਗਰ ਤੁਸੀਂ ਜਾਣਦੇ ਹੋ ਤੇ ਇਹ ਤੁਹਾਡੇ ਲਈ ਬੜਾ ਹੀ ਚੰਗਾ ਹੈ। ਤੁਸੀਂ ਤੇ ਅੱਲਾਹ ਦੇ ਸਿਵਾ ਬੁੱਤਾਂ ਦੀ ਹੀ ਇਬਾਦਤ ਕਰਦੇ ਹੋ ਔਰ ਤੁਸੀਂ ਝੂਠ ਕੱਢਦੇ ਹੋ। ਬਿਲਾਸ਼ੁਬਾ ਅੱਲਾਹ ਦੇ ਸਿਵਾ ਜਿਨ੍ਹਾਂ ਦੀ ਤੁਸੀਂ ਇਬਾਦਤ ਕਰਦੇ ਹੋ ਉਹ ਤੁਹਾਡੇ ਲਈ ਰਿਜ਼ਕ ਦਾ ਇਖਤਿਆਰ ਨਹੀਂ ਰੱਖਦੇ, ਲਿਹਾਜ਼ਾ ਤੁਸੀਂ ਅੱਲਾਹ ਦੇ ਕੋਲੋਂ ਹੀ ਰਿਜ਼ਕ ਤਲਾਸ਼ ਕਰੋ ਔਰ ਤੁਸੀਂ ਇਹਦੀ ਹੀ ਇਬਾਦਤ ਕਰੋ ਤੇ ਤੁਸੀਂ ਇਹਦਾ ਹੀ ਸ਼ੁਕਰ ਕਰੋ, ਤੁਸੀਂ ਇਹਦੀ ਹੀ ਤਰਫ ਲੁਟਾਏ ਜਾਵੋਗੇ। ਔਰ ਅਗਰ ਤੁਹਾਨੂੰ ਝੁਠਲਾਓ ਤੇ ਤੁਹਾਡੇ ਤੋਂ ਪਹਿਲੀ ਵੀ ਤੇ ਕਈ ਉਮਤਾਂ ਨੂੰ ਇਹਨਾਂ ਨੇ ਝੁਠਲਾਇਆ ਹੈ। ਔਰ ਰਸੂਲ ਦਾ ਕੰਮ ਤੇ ਸਿਰਫ ਖੁੱਲਮ ਖੁੱਲਾ ਪਹੁੰਚਾ ਦੇਣਾ ਹੀ ਹੈ। ਕਿਆ ਉਹਨਾਂ ਨੇ ਵੇਖਿਆ ਨਹੀਂ ਕਿ ਅੱਲਾਹ ਮਖਲੂਕ ਨੂੰ ਪਹਿਲੀ ਵਾਰ ਕਿਸ ਤਰ੍ਹਾਂ ਪੈਦਾ ਕਰਦਾ ਹੈ, ਫਿਰ ਉਹਨੂੰ ਲੁਟਾਏਗਾ। ਬਿਲਾ ਸ਼ੁਬਾ ਅੱਲਾਹ ਤੇ ਬੜਾ ਹੀ ਆਸਾਨ ਹੈ। ਤੁਸੀਂ ਆਖਦੇ ਹੋ ਤੁਸੀਂ ਜ਼ਮੀਨ ਦੇ ਵਿੱਚ ਚਲੋ ਫਿਰੋ, ਫਿਰ ਵੇਖੋ ਇਹਨੇ ਮਖਲੂਕ ਪਹਿਲੀ ਦਫਾ ਕਿਸ ਤਰ੍ਹਾਂ ਪੈਦਾ ਕੀਤੀ ਹੈ, ਫਿਰ ਅੱਲਾਹ ਇਹਨੂੰ ਦੂਜੀ ਦਫਾ ਪੈਦਾ ਕਰੇਗਾ। ਬਿਲਾ ਸ਼ੁਬਾ ਅੱਲਾਹ ਹਰ ਸ਼ੈ ਉੱਤੇ ਖੂਬ ਕਾਦਰ ਹੈ। ਇਹਦੇ ਵਿੱਚ ਰੱਬ ਸੋਹਣੇ ਨੇ ਕੁਝ ਅੰਬੀਆ ਦੇ ਬਾਰੇ ਚ ਮਿਸਾਲ ਦਿੱਤੀ ਹੈ ਤੇ ਉਹਨਾਂ ਦੀਆਂ ਕੌਮਾਂ ਦੀ ਮਿਸਾਲ ਦਿੱਤੀ ਹੈ ਤੇ ਇਹਨਾਂ ਚ ਉਹਨਾਂ ਕਾਫਰਾਂ ਦੀ ਮਿਸਾਲ ਦਿੱਤੀ ਹੈ ਜਿਹੜੇ ਆਖਦੇ ਨੇ ਕਿ ਤੁਸੀਂ ਇੱਕ ਅੱਲਾਹ ਨੂੰ ਛੱਡ ਦਿਓ ਤੇ ਅਗਰ ਤੁਸੀਂ ਇਹ ਕਹਿੰਦੇ ਹੋ ਕਿ ਸਾਨੂੰ ਗੁਨਾਹ ਹੋਏਗਾ, ਅਸੀਂ ਦੋਜ਼ਖ ਚ ਚਲੇ ਜਾਾਂਗੇ, ਸਾਡੇ ਤੇ ਭਾਰ ਹੋਏਗਾ ਤੇ ਅਸੀਂ ਤੁਹਾਡੇ ਸਾਰੇ ਭਾਰ ਚੁੱਕ, ਸਾਡੇ ਬੁੱਤ ਸਾਰੇ ਭਾਰ ਚੁੱਕ ਲੈਣਗੇ। ਤੇ ਅੱਲਾਹ ਤਾਲਾ ਕਹਿੰਦਾ ਹੈ ਕਿ ਉਹ ਉਹਨਾਂ ਕੋਲ ਤੇ ਆਪਣੇ ਹੀ ਭਾਰ ਤੇ ਦੂਜੇ ਹੋਰ ਭਾਰ ਜਿਨ੍ਹਾਂ ਦੇ ਇਹ ਝੂਠ ਬੋਲਦੇ ਨੇ ਉਹ ਹੀ ਨਹੀਂ ਚੁੱਕੇ ਜਾਣੇ, ਇਹ ਤੁਹਾਡੇ ਨਾਲ ਝੂਠ ਬੋਲਦੇ ਨੇ। ਯਾਨੀ ਕਿਸ ਤਰ੍ਹਾਂ ਗੁੰਮਰਾਹ ਕੀਤਾ ਜਾਂਦਾ ਸੀ ਉਹ ਕਮਜ਼ੋਰ ਮੁਸਲਮਾਨਾਂ ਨੂੰ ਕਿ ਇਹ ਛੱਡ ਦੇਣ ਦੀਨ। ਤੇ ਇਹਦੇ ਇਲਾਵਾ ਫਿਰ ਰੱਬ ਸੋਹਣੇ ਨੇ ਹਜ਼ਰਤ ਨੂਹ अलैहिस्सलाम ਦੀ ਮਿਸਾਲ ਦਿੱਤੀ ਹੈ ਕਿ ਉਹ 950 ਸਾਲ 50 ਘੱਟ 1000 ਸਾਲ ਆਪਣੀ ਕੌਮ ਨੂੰ ਉਹਨਾਂ ਨੇ ਅੱਲਾਹ ਵੱਲ ਬੁਲਾਇਆ ਤੇ ਲੇਕਿਨ ਉਹਨਾਂ ਨਹੀਂ ਮੰਨੇ, ਉਹ ਸਾਰੇ ਹੀ ਬੜੇ ਜ਼ਾਲਮ ਸਨ। ਤੇ ਫਿਰ ਉਹਨਾਂ ਨੇ ਬਦਦੁਆ ਕੀਤੀ ਕਿ ਅੱਲਾਹ ਤਾਲਾ ਜ਼ਾਲਮਾਂ ਨੂੰ ਦੁਨੀਆ 'ਚ ਨਾ ਰਹਿਣ ਦੇ ਕਿਉਂਕਿ ਉਹ ਉਹਨਾਂ ਨੂੰ ਬੜਾ ਹੀ ਤੰਗ ਕਰਦੇ ਸੀ। ਫਿਰ ਉਸ ਤੋਂ ਬਾਅਦ ਅੱਲਾਹ ਤਾਲਾ ਨੇ ਇਹਨਾਂ ਨੂੰ 78 ਆਦਮੀ ਸਨ, ਔਰਤਾਂ ਮਰਦ ਮਿਲਾ ਕੇ ਨਾ 78 ਬੰਦੇ ਸਨ, ਕਸ਼ਤੀ ਦੇ ਵਿੱਚ ਸਵਾਰ ਕੀਤੇ ਰੱਬ ਸੋਹਣੇ ਦੇ ਹੁਕਮ ਦੇ ਨਾਲ। ਜੰਗਲ 'ਚ ਬਹਿ ਕੇ ਉਹਨਾਂ ਨੇ ਕਸ਼ਤੀ ਬਣਾਈ ਤੇ ਬੜੀ ਵੱਡੀ ਕਸ਼ਤੀ ਸੀ ਤੇ ਪਾਣੀ ਦੇ ਵਿੱਚ ਤੈਰ ਸਕਦੀ ਸੀ। ਤੇ ਫਿਰ ਵੇਖ ਕੇ ਨਾ ਤੇ ਉਹਨਾਂ ਦੇ ਉੱਤੇ ਤਮਸਕਾ ਉਡਾਉਂਦੇ ਸਨ ਕਿ ਇਹ ਪਤਾ ਨਹੀਂ ਪਾਣੀ ਤੇ ਹੈ ਨਹੀਂ ਤੇ ਕਸ਼ਤੀ ਪਤਾ ਨਹੀਂ ਇਹਨਾਂ ਨੇ ਕਿੱਥੇ ਚਲਾਣੀ ਹੈ। ਤੇ ਉਹ ਉਹਨਾਂ ਦੇ ਜ਼ੁਲਮ ਤੇ ਨਾਕਾਬਲੇ ਬਿਆਨ ਸਨ ਕਿ ਇੱਥੇ ਇੰਨੀ ਲੰਮੀ ਤਫਸੀਰ ਦੇਣ ਦਾ ਵਕਤ ਨਹੀਂ ਹੁੰਦਾ, ਵਰਨਾ ਮੈਂ ਤੁਹਾਨੂੰ ਦੱਸਾਂ ਇੱਕ ਬਹੁਤ ਦਫਾ ਵਾਕਿਆ ਆਉਂਦਾ ਹੈ, ਬਾਰ-ਬਾਰ ਆਉਂਦਾ ਕਿ ਉਹ ਕਿੰਨੇ ਜ਼ਾਲਮ ਲੋਕ ਸਨ। ਤੇ ਉਹਨਾਂ 'ਚ ਸਿਰਫ 78 ਲੋਕ ਸਨ ਜਿਹੜੇ ਈਮਾਨ ਲਿਆਏ ਤੇ ਉਹਨਾਂ ਦੀ ਨਾਲ ਬੀਬੀਆਂ ਦੇ ਬੱਚੇ ਤੇ ਇਹਨਾਂ ਦੇ 3 ਪੁੱਤਰ ਸਨ ਤੇ ਇਹ ਉਹੀ ਸਵਾਰ ਹੋਏ, ਉਹਨਾਂ ਦੀਆਂ ਬੀਬੀਆਂ ਦੇ ਬੱਚੇ ਵੀ ਤੇ ਜੂਦੀ ਪਹਾੜ ਤੇ ਜਾ ਕੇ ਠਹਿਰ ਗਏ ਅੱਲਾ ਦੇ ਹੁਕਮ ਦੇ ਨਾਲ। ਤੇ ਫਿਰ ਇਹਦੇ ਨਾਲ ਹੀ ਅੱਗੋਂ ਸਾਰੀ ਨਸਲ ਚੱਲੀ। ਇਹਨਾਂ ਨੂੰ ਆਦਮੇ ਸਾਨੀ ਵੀ ਕਿਹਾ ਜਾਂਦਾ ਹੈ, ਯਾਨੀ ਇਹ ਦੁਬਾਰਾ ਤੋਂ ਅੱਲਾਹ ਤਾਲਾ ਨੇ ਦੁਨੀਆ ਵਸਾਈ। ਇੰਨੇ ਗੁਨਾਹਾਂ ਦੇ ਨਾਲ ਭਰ ਗਈ ਸੀ ਕਿ ਰੱਬ ਸੋਹਣੇ ਨੂੰ ਇਹਨਾਂ ਨੂੰ ਸਾਰੀ ਦੁਨੀਆ ਨੂੰ ਤਬਾਹ ਕਰਨਾ ਪਿਆ। ਤੇ ਫਿਰ ਚੰਦ ਇੱਕ ਲੋਕ ਜਿਹੜੇ ਰੱਬ ਸੋਹਣੇ ਤੇ ਈਮਾਨ ਲਿਆਏ, ਹਜ਼ਰਤ ਨੂਹ अलैहिस्सलाम ਨੂੰ ਰਸੂਲ ਮੰਨਿਆ ਤੇ ਉਹਨਾਂ ਨੂੰ ਬਚਾਇਆ ਰੱਬ ਸੋਹਣੇ ਨੇ। ਫਿਰ ਉਹਨਾਂ ਚੋਂ ਇਹ ਸਾਰੀ ਦੁਨੀਆ ਬਣਾਈ ਤੇ ਉਹਨਾਂ ਦੇ ਜਿਹੜੇ ਜੱਦ ਨੇ ਉਹ ਹਜ਼ਰਤ ਇਬਰਾਹੀਮ अलैहिस्सलाम ਤੋਂ ਫਿਰ ਅੱਗੇ ਅੰਬੀਆ ਬੇਹਿਸਾਬ ਆਏ ਤੇ ਇਹ ਸਿਲਸਿਲਾ ਚੱਲਿਆ ਤੇ ਅੱਲਾਹ ਤਾਲਾ ਨੇ ਇਸ ਉਹਦਾ ਜ਼ਿਕਰ ਕੀਤਾ ਹੈ। ਫਿਰ ਉਸ ਤੋਂ ਬਾਅਦ ਹਜ਼ਰਤ ਇਬਰਾਹੀਮ अलैहिस्सलाम ਨੂੰ ਨਮਰੂਦ ਦੇ ਜ਼ਮਾਨੇ 'ਚ ਭੇਜਿਆ ਜਿਹਨੇ ਏਡੀ ਵੱਡੀ ਸ਼ਹਿਰ ਤੋਂ ਸਭ ਤੋਂ ਵੱਡੀ ਅੱਗ ਬਾਲੀ ਕਿ ਕਈ ਮਹੀਨੇ ਉਹ ਸੜਦੀ ਰਹੀ। ਆਖਿਆ ਜਾਂਦਾ ਕਿ ਉਸ ਅੱਗ ਦੇ ਉੱਤੇ ਪਰਿੰਦੇ ਵੀ ਅਗਰ ਉੜਦੇ ਸੀ ਤੇ ਉਹ ਵੀ ਜਲ ਕੇ ਰਾਖ ਹੋ ਜਾਂਦੇ ਸਨ। ਇੱਕ
ਛੋਟਾ ਜਿਹਾ 17 ਸਾਲ ਦਾ ਬੱਚਾ ਜਾਂ ਨੌਜਵਾਨ, ਔਰ ਉਹਦੇ ਲਈ ਇੰਨੀ ਦੁਸ਼ਮਣੀ, ਇੰਨੀ ਸਾਰੇ ਸ਼ਹਿਰ ਦੀ ਅੱਗ ਇਕੱਠੀ ਕਰਨਾ, ਇਹ ਕੀ ਮਨ ਹੀ ਰੱਖਦਾ ਸੀ। ਤੇ ਫਿਰ ਅੱਲਾਹ ਤਾਲਾ ਨੇ ਕੀ ਇੱਕ ਲਮਹੇ ਲਈ ਉਹਨੂੰ ਗੁਲੋ ਗੁਲਜ਼ਾਰ ਕਰ ਦਿੱਤਾ। ਤੇ ਇਹ ਅੱਲਾਹ ਦੀ ਸ਼ਾਨ ਹੈ, ਉਹ ਇੱਕ ਲਮਹੇ ਦੇ ਵਿੱਚ ਕੁਝ ਵੀ ਕਰ ਸਕਦਾ ਹੈ, ਉਹਦੇ ਵਾਸਤੇ ਤਾਂ ਕੋਈ ਮੁਸ਼ਕਿਲ ਨਹੀਂ। ਤੇ ਇਸੇ ਤਰ੍ਹਾਂ ਅੱਲਾਹ ਤਾਲਾ ਆਖਦਾ ਹੈ ਕਿ ਤੁਸੀਂ ਬੁੱਤਾਂ ਕੋਲ ਰਿਜ਼ਕ ਤਲਾਸ਼ ਨਾ ਕਰੋ, ਤੁਹਾਨੂੰ ਤੇ ਰਿਜ਼ਕ ਮੈਂ ਹੀ ਦੇਣਾ, ਤੇ ਹਰ ਜ਼ੀਰੂ ਨੂੰ, ਹਰ ਜਾਨਦਾਰ ਨੂੰ ਰਿਜ਼ਕ ਦੇਣਾ ਮੇਰਾ ਕੰਮ ਹੈ। ਤੇ ਅਗਰ ਆਪਣੇ ਮਹਿਬੂਬ ਨੂੰ ਫਿਰ ਤਸੱਲੀ ਦਿੰਦੇ ਨੇ ਕਿ ਇਹ ਮਹਿਬੂਬ ਤੈਨੂੰ ਇਹ ਲੋਕੀ ਝੁਠਲਾਉਂਦੇ ਨੇ, ਤੇ ਤੇਰੇ ਤੋਂ ਪਹਿਲੇ ਵੀ ਇਹ ਬੜੇ ਲੋਕਾਂ ਨੇ ਰਸੂਲਾਂ ਨੂੰ ਝੁਠਲਾਇਆ ਹੈ, ਤੇ ਤੁਹਾਡਾ ਕੰਮ ਤਾਂ ਸਿਰਫ ਇੰਨਾ ਹੈ ਕਿ ਤੁਸੀਂ ਖੁੱਲ੍ਹਾ ਇਹਨਾਂ ਨੂੰ ਪੈਗਾਮ ਪਹੁੰਚਾ ਦਿਓ, ਤਾਂ ਜੇ ਇਹ ਕਿਆਮਤ ਵਾਲੇ ਦਿਨ ਇਹ ਨਾ ਆਖਣ ਕਿ ਸਾਨੂੰ ਤੇ ਦੱਸਿਆ ਹੀ ਨਹੀਂ ਸੀ ਕਿ ਇਹ ਕਿਆਮਤ ਵੀ ਆਉਣੀ ਹੈ, ਤੇ ਅੱਲਾਹ ਇੱਕ ਹੈ ਤੇ ਸਾਡਾ ਹਿਸਾਬ ਵੀ ਹੋਣਾ ਹੈ। ਸਿਰਫ ਹੁਜਤ ਪੈਦਾ ਕਰਨ ਲਈ ਅੱਲਾਹ ਤਾਲਾ ਨੇ ਇਹ ਸਾਰੇ ਲੋਕਾਂ ਨੂੰ ਇਸ ਲਈ ਇਹ ਸ਼ਰੀਅਤ ਦੇ ਕੇ ਭੇਜਿਆ, ਫਿਰ ਇਹਨਾਂ ਨੂੰ ਐਜ਼ ਏ ਮਾਡਲ ਬਣਾਇਆ ਕਿ ਇਹਨਾਂ ਨੂੰ ਕਰਕੇ ਦਿਖਾਓ। ਲੇਕਿਨ ਜਿਹੜੇ ਨਹੀਂ ਮੰਨ ਲਿਆਂਦੇ, ਫਿਰ ਉਹਨਾਂ ਤੇ ਗਮ ਕਰਨ ਦੇ ਬਾਰੇ ਚ ਮਨਾ ਕੀਤਾ ਗਿਆ ਰਸੂਲਾਂ ਨੂੰ ਕਿ ਤੁਸੀਂ ਇਹਨਾਂ ਤੇ ਗਮ ਨਾ ਕਰੋ। युअज़्ज़िबु मन यशाअ व यरहमु मन यशाअ व इलैहि तुक़लबून व मा अंतुम बिमुअज्जिज़ीना फ़िल अर्ज़ि वला फ़िस समाइ व मा लकुम मिन दूनिल्लाहि मिन वलिय्यिन वला नसीर वल्लज़ीना कफ़रू बिआयतिल्लाहि व लिक़ाइहि उलाइका यइसु मिन रहमति व उलाइका लहुम अज़ाबुन अलीम फमा काना जवाबा कौमिहि इल्ला अन क़ालू अक़्तुलूहु औ हर्रिक़ूहु फ़अनजाहुल्लाहु मिनन नार इन्ना फ़ी ज़ालिका लआयातिन लिक़ौमिन युमिनून व क़ाला इन्नमा अत्तख़ज़्तुम मिन दूनिल्लाहि औसानन मवद्दतन बैनिकुम फ़िल हयातिद दुनिया सुम्मा यौमल क़ियामति यकफ़ुरु बाज़ुकुम बिबाज़िम व यलअनु बाज़ुकुम बाज़म व मावाहुकुमुन नारु व मा लकुम मिन नासिरीन। ਉਹ ਜਿਹਨੂੰ ਚਾਹੇ ਅਜ਼ਾਬ ਦੇਵੇ ਤੇ ਜਿਹਨੂੰ ਚਾਹੇ ਰਹਿਮ ਕਰੇ, ਤੁਸੀਂ ਇਹਦੀ ਤਰਫ ਲੁਟਾਏ ਜਾਵੋਗੇ। ਤੇ ਤੁਸੀਂ ਅੱਲਾਹ ਨੂੰ ਨਾ ਜ਼ਮੀਨ ਵਿੱਚ ਆਜਿਜ਼ ਕਰਨ ਵਾਲੇ ਹੋ ਤੇ ਨਾ ਅਸਮਾਨ ਤੇ ਤੁਹਾਡੇ ਲਈ ਅੱਲਾਹ ਦੇ ਸਿਵਾ ਨਾ ਕੋਈ ਦੋਸਤ ਤੇ ਨਾ ਕੋਈ ਮਦਦਗਾਰ। ਜਿਨ੍ਹਾਂ ਲੋਕਾਂ ਨੇ ਅੱਲਾਹ ਦੀ ਆਇਤ ਨੂੰ ਤੇ ਇਹਦੀ ਮੁਲਾਕਾਤ ਦਾ ਇਨਕਾਰ ਕੀਤਾ, ਉਹੀ ਲੋਕ ਮੇਰੀ ਰਹਿਮਤ ਤੋਂ ਨਾ ਉਮੀਦ ਹੋ ਚੁੱਕੇ ਨੇ ਤੇ ਇਹਨਾਂ ਵਾਸਤੇ ਦਰਦਨਾਕ ਅਜ਼ਾਬ ਹੈ। ਫਿਰ ਇਬਰਾਹੀਮ ਦੀ ਕੌਮ ਦਾ ਜਵਾਬ ਬਸ ਇਹੋ ਸੀ ਕਿ ਉਹਨਾਂ ਨੇ ਆਖਿਆ ਇਹਨੂੰ ਕਤਲ ਕਰ ਦਿਓ ਜਾਂ ਇਹਨੂੰ ਜਲਾ ਦਿਓ। ਫਿਰ ਅੱਲਾਹ ਨੇ ਇਹਨਾਂ ਨੂੰ ਅੱਗ ਤੋਂ ਨਜਾਤ ਦਿੱਤੀ। ਬੇਸ਼ੱਕ ਇਹਦੇ ਵਿੱਚ ਈਮਾਨ ਲਿਆਉਣ ਵਾਲੇ ਲੋਕਾਂ ਲਈ ਨਿਸ਼ਾਨੀਆਂ ਨੇ। ਤੇ ਇਬਰਾਹੀਮ ਨੇ ਆਖਿਆ ਤੁਸੀਂ ਅੱਲਾਹ ਦੇ ਸਿਵਾ ਜਿਨ੍ਹਾਂ ਬੁੱਤਾਂ ਨੂੰ ਮਾਬੂਦ ਠਹਿਰਾ ਲਿਆ ਤੇ ਇਹ ਤੇ ਸਿਰਫ ਤੁਹਾਡੀ ਆਪਸ ਦੀ ਦੁਨੀਆ ਦੀ ਦੋਸਤੀ ਦੀ ਵਜ੍ਹਾ ਦੇ ਨਾਲ ਹੈ। ਫਿਰ ਰੋਜ਼ੇ ਕਿਆਮਤ ਤੁਹਾਡੇ ਵਿੱਚੋਂ ਇੱਕ ਦੂਜੇ ਦਾ ਇਨਕਾਰ ਕਰੇਗਾ, ਤੁਹਾਡੇ ਵਿੱਚੋਂ ਹੀ ਇੱਕ ਦੂਸਰੇ ਉੱਤੇ ਲਾਨਤ ਭੇਜੇਗਾ ਤੇ ਤੁਹਾਡਾ ਠਿਕਾਣਾ ਅੱਗ ਹੈ ਤੇ ਤੁਹਾਡੇ ਲਈ ਕੋਈ ਮਦਦ ਕਰਨ ਵਾਲੇ ਨਾ ਹੋਣਗੇ। ਸਦਕ ਅੱਲਾਹੁਲ ਅਜ਼ੀਮ।